ਵੈਲਕਮ ਬੈਕ। ਮੈਂ ਮਨਵੀਰ ਕੌਰ। ਅੱਜ ਦੀ ਵੀਡੀਓ ਰਿਪੋਰਟ ਮੈਂ ਭਾਰਤ ਦੇ ਵਿੱਚ ਇੱਕ ਨਵਾਂ ਰਿਵਾਜ ਜਿਹੜਾ ਸ਼ੁਰੂ ਹੋਇਆ ਜਿਹਦੇ ਵਿੱਚ ਟਵਿੱਟਰ ਖਾਤੇ ਜਿਹੜੇ ਉਹ ਸਸਪੈਂਡ ਕਰ ਦਿੱਤੇ ਜਾਂਦੇ ਆ ਜਾਂ ਭਾਰਤ ਦੇ ਵਿੱਚ ਭਾਰਤ ਦੇਸ਼ ਦੇ ਵਿੱਚ ਵਿਦਹੈਲਡ ਕਰ ਦਿੱਤੇ ਜਾਂਦੇ ਆ ਕਿ ਭਾਰਤ ਦੇ ਵਿੱਚ ਚਲਾਉਣ ਵਾਲੇ ਟਵਿੱਟਰ ਯੂਜ਼ਰਸ ਨੂੰ ਉਹ ਖਾਤੇ ਨਹੀਂ ਦਿਖਦੇ ਔਰ ਬਾਕੀ ਦੇਸ਼ ਦੇ ਕੋਨਿਆਂ ਦੇ ਵਿੱਚ ਬਾਕੀ ਦੇਸ਼ਾਂ ਦੇ ਵਿੱਚ ਉਹ ਚੱਲਦੇ ਨੇ। ਸੋ ਇਹ ਜਿਹੜੀ ਨਵਾਂ ਰਿਵਾਜ ਹੈ ਇਹਦੇ ਪਿਛਲਾ ਇੱਕ ਫਿਨੋਮੀਨਾ ਆ। ਉਸ ਫਿਨੋਮੀਨਾ ਨੂੰ ਅੱਜ ਆਪਾਂ ਸਮਝਾਂਗੇ ਕਿ ਕਿਹੜੇ ਆਧਾਰ ਦੇ ਉੱਤੇ ਭਾਰਤ ਸਰਕਾਰ ਐਵੇਂ ਕਰਦੀ ਹੈ ਔਰ ਇਹਦੇ ਵਿੱਚ ਕੀ ਜਾਇਜ਼ ਔਰ ਕੀ ਨਾਜਾਇਜ਼ ਆ। ਇਸ ਵਰਤਾਰੇ ਨੂੰ ਸਮਝਣਾ ਆਪਣੇ ਲਈ ਬਹੁਤ ਜ਼ਰੂਰੀ ਹੈ ਕਿਉਂਕਿ ਡਿਜੀਟਲ ਪਲੇਟਫਾਰਮਸ ਆ ਜਿਵੇਂ ਟਵਿੱਟਰ, ਫੇਸਬੁੱਕ ਐਂਡ ਆਲ, ਇਹਦੇ ਤੇ ਹਰ ਇੱਕ ਇਨਸਾਨ ਨੂੰ ਆਪਣੀ ਆਵਾਜ਼ ਜਿਹੜੀ ਹੈ ਲੋਕਾਂ ਸਾਹਮਣੇ ਰੱਖਣ ਦਾ, ਆਪਣੇ ਵਿਚਾਰ ਲੋਕਾਂ ਸਾਹਮਣੇ ਰੱਖਣ ਦਾ ਮੌਕਾ ਮਿਲਦਾ ਹੈ ਔਰ ਉਸ ਆਵਾਜ਼ ਉਹਨਾਂ ਵਿਚਾਰਾਂ ਦੇ ਵਿੱਚ ਜ਼ਿਆਦਾਤਰ ਜਾਂ ਨੋਰਮਲ ਜੀ ਗੱਲ ਹੈ ਸਰਕਾਰ ਦੇ ਪ੍ਰਤੀ ਰੋਸ ਵੀ ਹੁੰਦਾ ਹੈ, ਸਰਕਾਰ ਦੇ ਪ੍ਰਤੀ ਇੱਕ ਗੁੱਸਾ ਔਰ ਇੱਕ ਡੈਸੈਂਟ ਕ੍ਰਿਟਿਸਿਜ਼ਮ ਉਹ ਸਾਹਮਣੇ ਆਉਂਦਾ। ਲੋਕ ਆਪਣਾ ਵਿਚਾਰ ਰੱਖ ਸਕਦੇ ਨੇ। ਇਹਦੇ ਵਿੱਚ ਨਥਿੰਗ ਇਜ਼ ਇਲੀਗਲ, ਨਥਿੰਗ ਇਜ਼ ਅਨਕਨਸਟੀਟਿਊਸ਼ਨਲ, ਬਟ ਕਈ ਵਾਰੀ ਭਾਰਤ ਸਰਕਾਰ ਵੱਲੋਂ ਇੱਕ ਇੱਦਾਂ ਦੇ ਸਟੈਪ ਲਏ ਜਾਂਦੇ ਨੇ ਜਿਹਦੇ ਵਿੱਚ ਕਈ ਖਾਤੇ ਜਿਹੜੇ ਆ ਟਵਿੱਟਰ ਅਕਾਊਂਟ ਹੋ ਗਏ ਜਾਂ ਕਈ ਚੈਨਲਸ, ਵੈਬਸਾਈਟਸ ਉਹ ਇਸ ਕਰਕੇ ਬਲੌਕ ਕਰ ਦਿੱਤੀਆਂ ਜਾਂਦੀਆਂ ਨੇ ਕਿ ਉਹ ਕੁਝ ਪਰਟੀਕੂਲਰ ਮਾਈਨੋਰਿਟੀਜ਼ ਦੇ ਕੌਜ਼ ਦੀ, ਉਹਨਾਂ ਦੇ ਇਸ਼ੂਜ਼ ਦੀ ਗੱਲ ਕਰਦੇ ਨੇ। ਅਗਰ ਆਪਾਂ ਦੇਖ ਲਈਏ ਫਰੋਮ ਸਾਲ 2020 ਤੋਂ sikhsiyasat.com ਵਰਗੀਆਂ ਵੈਬਸਾਈਟਸ ਜਿੱਥੇ ਕਾਫੀ ਜਾਣਕਾਰੀ ਸਿੱਖ ਇਸ਼ੂਜ਼ ਦੇ ਉੱਤੇ ਮਿਲਦੀ, ਉਹਨਾਂ ਨੂੰ ਬੈਨ ਕਰ ਦੇਣਾ ਔਰ ਹੋਰ ਕਈ ਚੈਨਲਸ, YouTube ਚੈਨਲਸ ਐਂਡ ਅਦਰ ਵੈਬਸਾਈਟਸ ਜਿਨ੍ਹਾਂ ਨੂੰ ਬੈਨ ਕੀਤਾ। ਸਾਲ 2021 ਕਿਸਾਨ ਅੰਦੋਲਨ ਦੇ ਟਾਈਮ ਆ ਜਾਈਏ ਤਾਂ JGB ਵਰਗੇ ਸਿੰਗਰਸ ਜੋ ਸਪੋਰਟ ਕਰ ਰਹੇ ਸੀ, ਬਾਹਰ ਬੈਠੇ ਹੋਏ ਕਿਸਾਨ ਅੰਦੋਲਨ ਨੂੰ ਸਪੋਰਟ ਕਰ ਰਹੇ ਸੀ, ਉਹਦੇ ਖਾਤਾ ਸਸਪੈਂਡ ਕਰ ਦਿੱਤਾ ਗਿਆ ਔਰ ਅੱਜ ਤੱਕ ਵੀ ਉਹਦਾ ਟਵਿੱਟਰ ਅਕਾਊਂਟ ਜਿਹੜਾ ਇੰਡੀਆ ਦੇ ਵਿੱਚ ਸਸਪੈਂਡਡ ਹੈ। ਨਾਲ ਹੀ ਇੱਕ ਰੈਪਰ ਸੀ ਸੁਖਦੀਪ ਸਿੰਘ ਭੋਗਲ, ਉਹਦਾ ਅਕਾਊਂਟ ਰਵੀ ਸਿੰਘ ਖਾਲਸਾ ਏਡ। ਇਸ ਤੋਂ ਇਲਾਵਾ ਅੰਗਦ ਸਿੰਘ ਖਾਲਸਾ ਜੋ ਪੰਜਾਬ ਦੇ ਵਿੱਚ, ਜੋ ਇੰਡੀਆ ਦੇ ਵਿੱਚ ਰਹਿੰਦੇ ਆ, ਜੰਮੂ ਕਸ਼ਮੀਰ ਦੇ ਵਿੱਚ ਕੁਆਇਟ ਐਕਟਿਵ ਹੈ, ਦਲ ਖਾਲਸਾ ਨਾਲ ਐਸੋਸੀਏਟਡ ਆ, ਉਹਨਾਂ ਦਾ ਖਾਤਾ ਜਿਹੜਾ ਉਹਨੂੰ ਰੋਕਿਆ ਗਿਆ। ਟਵਿੱਟਰ, ਟਰੈਕਟਰ ਟੂ ਟਵਿੱਟਰ ਅਕਾਊਂਟ, ਕਿਸਾਨ ਏਕਤਾ ਮੋਰਚਾ, BKU ਉਗਰਾਹਾਂ, ਜਿਹੜੀਆਂ ਕਿਸਾਨ ਯੂਨੀਅਨ ਸੀਗੀਆਂ ਉਹਨਾਂ ਦੇ ਵਿੱਚੋਂ ਕਈਆਂ ਦੇ ਖਾਤੇ ਬਲੌਕ ਕਰ ਦਿੱਤੇ ਗਏ ਸੀ। ਇਹ ਨਹੀਂ ਕਿ ਇੱਕ ਪਾਸੜੀ ਖਾਤੇ ਬਲੌਕ ਕੀਤੇ ਗਏ ਆ। ਕੰਗਨਾ ਰਣੌਤ ਵਰਗੇ ਜਿਹੜੇ ਜ਼ਿਆਦਾ ਹੀ ਡੈਸਪੀਰੇਟਲੀ ਸਰਕਾਰ ਦੇ ਹੱਕ ਦੇ ਵਿੱਚ ਬੋਲਣ ਵਾਲੇ ਸੀ, ਉਹਨਾਂ ਦੇ ਵੀ ਖਾਤੇ ਬਲੌਕ ਕੀਤੇ। ਭਾਰਤ ਸਰਕਾਰ ਦੇ ਇੱਕ ਮੰਤਰੀ ਨੇ, ਉਹਨਾਂ ਦਾ ਵੀ ਖਾਤਾ ਜਿਹੜਾ ਸੀ ਉਹ ਟਵਿੱਟਰ ਨੇ ਵਿਦਹੈਲਡ ਕਰ ਲਿਆ ਸੀ ਫॉर ਅ ਸ਼ਾਰਟ ਟਰਮ। ਸੰਬਿਤ ਪਾਤਰਾ ਜੋ ਇੱਕ ਮਾਊਥ ਪੀਸ, ਇੱਕ ਸਪੋਕਸ ਪਰਸਨ ਹੈ BJP ਦੇ, ਉਹਦੇ ਇੱਕ ਟਵੀਟ ਦੇ ਉੱਤੇ ਵੀ ਮੈਨੂਪਲੇਟਡ ਦਾ ਟੈਗ ਜਿਹੜਾ ਸੀ ਉਹ ਟਵਿੱਟਰ ਵੱਲੋਂ ਲਗਾ ਦਿੱਤਾ ਗਿਆ ਸੀ। ਉਸ 'ਤੇ ਵੀ ਫਿਰ ਬਾਅਦ ਵਿੱਚ ਵਿਵਾਦ ਇੱਕ ਛਿੜਿਆ ਸੀ। ਲਾਲ ਕਿਲ੍ਹਾ ਵਾਇਲੈਂਸ ਜਦੋਂ ਹੋਈ, ਲਾਲ ਕਿਲ੍ਹਾ ਹਿੰਸਾ ਹੋਈ, ਜਦੋਂ ਲਾਲ ਕਿਲ੍ਹੇ 'ਤੇ ਝੰਡਾ 26 ਜਨਵਰੀ ਨੂੰ ਕਿਸਾਨ ਅੰਦੋਲਨ ਦੇ ਦੌਰਾਨ ਲਾਇਆ ਗਿਆ ਤਾਂ ਉਸ ਤੋਂ ਬਾਅਦ ਟਵਿੱਟਰ ਦੇ ਉੱਤੇ ਇੱਕ ਇੱਦਾਂ ਦੀ ਆਈਡੀਜ਼ ਵੱਲੋਂ ਇਹ ਬਿਆਨਬਾਜ਼ੀਆਂ ਔਰ ਉਹ ਹੈਸ਼ਟੈਗ ਵਰਤੇ ਗਏ ਕਿ ਜਿਹੜਾ ਰਿਪੀਟ 1984 ਕਿ ਸਿੱਖਾਂ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ। ਤਾਂ ਉਸ ਤੋਂ ਬਾਅਦ ਵੀ ਭਾਰਤ ਸਰਕਾਰ ਨੇ ਐਕਸ਼ਨ ਲਿਆ ਔਰ 500 ਇੱਦਾਂ ਦੇ ਅਕਾਊਂਟ ਸੀ ਜਿਨ੍ਹਾਂ ਨੂੰ ਟਵਿੱਟਰ ਵੱਲੋਂ ਸਸਪੈਂਡ ਕੀਤਾ ਗਿਆ, ਜਿਹੜੇ ਕਿ ਸਿੱਖ ਵਿਰੋਧੀ ਬਿਆਨਬਾਜ਼ੀਆਂ ਔਰ ਹੇਟ ਨੂੰ ਪ੍ਰਮੋਟ ਕਰਨ ਵਾਲੇ ਬਿਆਨ ਜਿਹੜੇ ਟਵੀਟ ਜਿਹੜੇ ਉਹ ਦੇ ਰਹੇ ਸੀ। ਮਰਹੂਮ ਗਾਇਕ ਸਿੱਧੂ ਮੂਸੇਵਾਲੇ ਦਾ SYL ਸੌਂਗ ਜਿਹੜਾ ਕਾਫੀ ਚਰਚਿਤ ਸੌਂਗ ਉਹਦਾ ਬਣਿਆ, ਉਹਦੀ ਡੈਥ ਤੋਂ ਬਾਅਦ ਉਹ ਰਿਲੀਜ਼ ਕੀਤਾ ਗਿਆ, ਉਹਦੇ 'ਤੇ ਵੀ ਬੈਨ ਲਗਾ ਦਿੱਤਾ ਗਿਆ, ਸਸਪੈਂਡ ਕਰ ਦਿੱਤਾ ਗਿਆ। ਕਿਉਂ ਸਸਪੈਂਡ ਕੀਤਾ ਉਹਦਾ ਕੋਈ ਵੀ ਰੀਜ਼ਨ ਨਹੀਂ। ਟਰੈਕਟਰ ਟੂ ਟਵਿੱਟਰ ਦਾ ਇੱਕ ਹੋਰ ਖਾਤਾ ਸੀ, ਉਹਨੂੰ ਵੀ ਬੰਦ ਕਰ ਦਿੱਤਾ ਗਿਆ ਔਰ ਹੁਣ ਰੀਸੈਂਟਲੀ ਜੋ ਅੰਮ੍ਰਿਤਪਾਲ ਸਿੰਘ ਵਾਰਿਸ ਪੰਜਾਬ ਦੀ ਜਥੇਬੰਦੀ ਦਾ ਪ੍ਰਧਾਨ ਹੈ, ਉਹਦਾ ਖਾਤਾ ਵੀ ਇੰਡੀਆ ਦੇ ਵਿੱਚ ਵਿਦਹੈਲਡ ਕਰ ਦਿੱਤਾ ਗਿਆ ਕਿ ਇੰਡੀਆ ਦੇ ਵਿੱਚ ਬੈਠੇ ਹੋਏ ਲੋਕ ਉਹਦੇ ਅਕਾਊਂਟ ਨੂੰ ਨਹੀਂ ਦੇਖ ਸਕਦੇ। ਅਗਸਤ ਮਹੀਨੇ ਦੇ ਵਿੱਚ ਹੀ 60,000 ਦੇ ਅਰਾਊਂਡ ਲੋਕਾਂ ਦਾ ਜਿਹੜਾ ਟਵਿੱਟਰ ਅਕਾਊਂਟ ਸੀਗੇ ਜਿਹੜੇ ਉਹ ਸਸਪੈਂਡ ਕੀਤੇ ਗਏ ਸੀ। ਉਹਦੇ ਪਿੱਛੇ ਕਈ ਕਾਰਨ ਹੋ ਸਕਦੇ ਆ। ਜੁਲਾਈ ਦੇ ਵਿੱਚ ਵੀ ਕਾਫੀ ਸਸਪੈਂਡ ਕੀਤੇ ਗਏ ਸੀ। ਉਹਦੇ ਪਿੱਛੇ ਕਈ ਕਾਰਨ ਇਹ ਹੁੰਦੇ ਨੇ ਕਿ ਜਿਨ੍ਹਾਂ ਦੇ ਵਿੱਚ ਨਿਊਡਿਟੀ ਨੂੰ ਪ੍ਰਮੋਟ ਕੀਤਾ ਜਾਂਦਾ ਜਾਂ ਜਿਹਦੇ ਵਿੱਚ ਬੱਚਿਆਂ ਦੇ ਲਈ ਕੋਈ ਹਾਨੀਕਾਰਕ ਚੀਜ਼ ਹੋਵੇ ਜਾਂ ਜਿਹੜੀ ਵਾਇਲੈਂਸ ਨੂੰ ਜ਼ਿਆਦਾ ਦਿਖਾਉਣ ਵਾਲੀ ਚੀਜ਼ ਹੋਵੇ, ਕੋਈ ਹੇਟ ਕ੍ਰਾਈਮ, ਮਿਸ ਇਨਫੋਰਮੇਸ਼ਨ ਹੋਵੇ ਤਾਂ ਉਹ ਡਿਲੀਟ ਕਰ ਦਿੱਤੇ ਜਾਂਦੇ ਆ। ਇੱਕ ਨਾਰਮਲ ਟਵਿੱਟਰ ਦੀ ਆਪਣੀ ਹੀ ਪੋਲਿਸੀ ਹੈ। ਪਰ ਕਈ ਖਾਤੇ ਇੱਦਾਂ ਦੇ ਨੇ ਜਿਨ੍ਹਾਂ ਨੂੰ ਕਿਉਂ ਵਿਦਹੈਲਡ ਕੀਤਾ ਗਿਆ, ਕਿਉਂ ਸਸਪੈਂਡ ਕੀਤਾ ਗਿਆ, ਜਿਵੇਂ SYL ਗਾਣਾ ਹੋ ਗਿਆ ਜਾਂ ਅੱਜ ਦੇ ਸਿਨੈਰੀਓ ਦੇ ਵਿੱਚ ਵਾਰਿਸ ਪੰਜਾਬ ਦੇ ਜਥੇਬੰਦੀ ਦਾ ਪ੍ਰਧਾਨ ਅੰਮ੍ਰਿਤਪਾਲ ਸਿੰਘ, ਉਹਦਾ ਟਵਿੱਟਰ ਅਕਾਊਂਟ ਕਿਉਂ ਰੋਕਿਆ ਗਿਆ। ਉਹਦਾ ਕਾਰਨ ਸਪਸ਼ਟ ਰੂਪ 'ਤੇ ਆਪਣੇ ਸਾਹਮਣੇ, ਸਿਟੀਜ਼ਨਸ ਆਫ ਇੰਡੀਆ ਦੇ ਸਾਹਮਣੇ ਨਹੀਂ ਆਉਂਦਾ। ਇਹ ਜ਼ਿਆਦਾ ਪ੍ਰੋਬਲਮੈਟਿਕ ਹੈ। ਖਾਤੇ ਸਸਪੈਂਡ ਕਰ ਦੇਣਾ, ਉਹ ਅਗਰ ਆਪਾਂ ਉਸ ਫਿਨੋਮੀਨਾ ਨੂੰ ਦੇਖੀਏ ਤਾਂ ਕਾਫੀ ਲੋਕਾਂ ਦੇ ਸਸਪੈਂਡ ਹੋਏ ਨੇ ਖਾਤੇ, ਬਟ ਉਹਦੇ ਪਿਛਲਾ ਕਾਰਨ ਕੀ ਹੁੰਦਾ ਹੈ ਔਰ ਕਿਹੜੇ ਪ੍ਰੋਸੈਸ ਨੂੰ ਫੋਲੋ ਕਰਕੇ ਖਾਤੇ ਨੂੰ ਸਸਪੈਂਡ ਕੀਤਾ ਜਾਂਦਾ ਹੈ, ਉਸ ਚੀਜ਼ ਦੀ ਕਲੈਰਿਟੀ ਜਿਹੜੀ ਆ ਉਹ ਨਹੀਂ ਹੈਗੀ। ਔਰ ਇਹ ਕਲੈਰਿਟੀ ਨਾ ਹੋਣਾ ਇਟਸੈਲਫ ਡੈਮੋਕ੍ਰੇਸੀ ਨੂੰ ਵੀਕਨ ਕਰਦਾ। ਜਦੋਂ ਕੋਈ ਵੀ ਟਵਿੱਟਰ ਖਾਤਾ ਸਸਪੈਂਡ ਕੀਤਾ ਜਾਂਦਾ ਹੈ, ਉਹਨੂੰ ਰੋਕ ਲਗਾ ਦਿੱਤੀ ਜਾਂਦੀ ਹੈ, ਤਾਂ ਉਹਦੇ ਪਿਛਲਾ ਜਿਹੜਾ ਪੂਰਾ ਪ੍ਰੋਸੈਸ ਆ ਉਹਦੇ ਵਿੱਚ ਦੋ ਪ੍ਰੋਬਲਮਸ ਆ ਜਿਹੜੀਆਂ ਆਪਣੇ ਲਈ ਜਾਣਨੀਆਂ ਬਹੁਤ ਜ਼ਰੂਰੀ ਹੈ। ਪਹਿਲੀ ਪ੍ਰੋਬਲਮ ਇਹ ਹੈ ਕਿ ਆਪਾਂ ਨੂੰ ਇਸ ਚੀਜ਼ ਦੀ ਕਲੈਰਿਟੀ ਨਹੀਂ ਹੈ ਕਿ ਕਿਹੜਾ ਪ੍ਰੋਸੈਸ ਫੋਲੋ ਕਰਕੇ
ਔਰ ਕਿਹੜੇ ਕਾਰਨਾਂ ਕਰਕੇ ਉਸ ਖਾਤੇ ਨੂੰ ਉਸ ਅਕਾਊਂਟ ਨੂੰ ਵਿਦਹੈਲਡ ਕੀਤਾ ਗਿਆ ਜਾਂ ਸਸਪੈਂਡ ਜਾਂ ਬੈਨ ਕੀਤਾ ਗਿਆ। ਇਸ ਪ੍ਰੋਸੈਸ ਨੂੰ ਕਲੀਅਰ ਟਰਾਂਸਪੇਰੈਂਟ ਤੌਰ ਦੇ ਉੱਤੇ ਰੱਖਣਾ ਚਾਹੀਦਾ ਆ। ਇੱਕ ਉਹਦਾ ਪ੍ਰੋਪਰ ਪ੍ਰੋਸੀਜਰ ਹੋਣਾ ਚਾਹੀਦਾ ਜਿਹੜਾ ਆਮ ਲੋਕਾਂ ਨੂੰ ਪਤਾ ਹੋਵੇ ਕਿ ਇਹਨਾਂ ਕਾਰਨਾਂ ਕਰਕੇ ਔਰ ਇਸ ਪ੍ਰੋਸੀਜਰ ਦੇ ਤਹਿਤ ਸਟੈਪ ਬਾਈ ਸਟੈਪ ਜਿਹੜਾ ਖਾਤਾ ਆ ਉਹ ਬੈਨ ਹੁੰਦਾ ਹੈ। ਇੱਕ ਤਾਂ ਇਹਦੇ ਵਿੱਚ ਟਰਾਂਸਪੇਰੈਂਸੀ ਨਹੀਂ ਹੈ ਜਿਹੜਾ ਪ੍ਰੋਬਲਮੈਟਿਕ ਹੈ। ਜਿਵੇਂ ਕਿ SYL ਗਾਣਾ ਸਿੱਧੂ ਮੂਸੇਵਾਲੇ ਦਾ ਬੈਨ ਕੀਤਾ ਗਿਆ ਸੀ, ਉਹਦੇ ਤੇ RTI ਪਾ ਕੇ ਇਨਫੋਰਮੇਸ਼ਨ ਲੈਣ ਦੀ ਕੋਸ਼ਿਸ਼ ਕੀਤੀ ਗਈ, ਪਰ ਉਸ ਇਨਫੋਰਮੇਸ਼ਨ ਦੇ ਵਿੱਚ ਦੱਸਣ ਤੋਂ ਇਨਕਾਰ ਕਰ ਦਿੱਤਾ ਗਿਆ ਕਿ ਕਿਹੜੀ ਸਰਕਾਰ ਨੇ ਬੈਨ ਕਰਵਾਇਆ। ਕੀ SYL ਗਾਣਾ ਪੰਜਾਬ ਸਰਕਾਰ ਨੇ ਬੈਨ ਕਰਵਾਇਆ, ਕੀ ਸੈਂਟਰ ਸਰਕਾਰ ਨੇ ਬੈਨ ਕਰਵਾਇਆ, ਜਾਂ ਉਹਦੇ ਪਿਛਲੇ ਕਾਰਨ ਕੀ ਸੀ, ਉਹ ਕੁਝ ਵੀ ਸਾਹਮਣੇ ਨਹੀਂ ਆਏ। ਜੋ ਆਪਣੇ ਲਈ, ਜੋ ਇੰਡੀਆ ਦੇ ਲਈ, ਇੰਡੀਆ ਤੋਂ ਹੁਣ ਆਪਣੀ ਅਗਲੀ ਇਸ ਪ੍ਰੋਸੈਸ ਵਿਚਲੀ ਜਿਹੜੀ ਦੂਸਰੀ ਪ੍ਰੋਬਲਮ ਉਹ ਸਾਹਮਣੇ ਆਉਂਦੀ ਹੈ, ਕਿਉਂਕਿ ਇੰਡੀਆ ਇੱਕ ਸੋਵਰੀਅਨ ਡੈਮੋਕ੍ਰੈਟਿਕ ਰਿਪਬਲਿਕ ਹੈ। ਇਹਦੇ ਵਿਚਲੇ ਜਿਹੜੇ ਸਿਟੀਜ਼ਨਸ ਆ ਉਹਨਾਂ ਦੇ ਕੋਲ ਇੱਕ ਰਾਈਟ ਹੈ ਕਿ ਉਹ ਆਪਣੀ ਸਰਕਾਰ ਨੂੰ ਕੰਡੈਮ ਕਰ ਸਕਦੇ ਆ, ਉਹਨੂੰ ਕ੍ਰਿਟਿਸਿਜ਼ਮ ਦੇ ਸਕਦੇ ਆ, ਉਹਦੇ ਲਈ ਆਪਣਾ ਡਾਈਸੈਂਟ ਪੇਸ਼ ਕਰ ਸਕਦੇ ਆ। ਔਰ ਇਹਨਾਂ ਨੂੰ ਰੋਕਣ ਦੇ ਲਈ ਕੀ ਭਾਰਤ ਸਰਕਾਰ ਆਮ ਲੋਕਾਂ ਦੀ ਇਹ ਜਿਹੜਾ ਕ੍ਰਿਟਿਸਿਜ਼ਮ ਹੈ ਸਰਕਾਰ ਦੇ ਪ੍ਰਤੀ, ਇਹਨੂੰ ਦਬਾਉਣ ਦੇ ਲਈ ਉਹਨਾਂ ਦੇ ਟਵਿੱਟਰ ਖਾਤੇ ਸਸਪੈਂਡ ਕਰ ਰਹੀ ਹੈ? ਅਗਰ ਇਹ ਗੱਲ ਹੈ ਤਾਂ ਇਹ ਫਿਰ ਜਿਹੜੇ ਭਾਰਤ ਦੇਸ਼ ਦੇ ਸਿਟੀਜ਼ਨ ਆ ਉਹਨਾਂ ਦੇ ਲਈ ਜਿਹੜਾ ਫਰੀडम ਆਫ ਸਪੀਚ ਆ, ਫਰੀडम ਆਫ ਐਕਸਪ੍ਰੈਸ਼ਨ ਆ, ਆਪਣੇ ਵਿਚਾਰ ਰੱਖਣ ਦੀ ਆਜ਼ਾਦੀ ਆ, ਉਹਦੇ ਉੱਤੇ ਇੱਕ ਬਹੁਤ ਵੱਡਾ ਹਮਲਾ ਹੈ। ਇੱਥੇ ਆਪਣੇ ਲਈ ਇਹ ਵੀ ਜਾਣਨਾ ਬਹੁਤ ਜ਼ਰੂਰੀ ਹੈ ਕਿ ਟਵਿੱਟਰ ਦਾ ਤੇ ਸਰਕਾਰ ਦਾ ਝਗੜਾ ਜਿਹੜਾ ਆਪਸ ਦੇ ਵਿੱਚ ਹੋਇਆ ਪਿਛਲੇ ਕੁਝ ਮਹੀਨਿਆਂ ਦੇ ਵਿੱਚ, ਇੱਥੇ ਆਪਣੇ ਲਈ ਇਹ ਵੀ ਜਾਣਨਾ ਜ਼ਰੂਰੀ ਹੈ ਕਿ ਕੀ ਟਵਿੱਟਰ ਜ਼ਿਆਦਾ ਤਾਕਤਵਰ ਹੈ ਜਾਂ ਕੋਈ ਵੀ ਸਰਕਾਰ ਦੇਸ਼ ਦੀ ਜ਼ਿਆਦਾ ਤਾਕਤਵਰ ਹੈ। ਇਹਦੇ ਲਈ ਮੈਂ 3 ਐਗਜ਼ਾਮਪਲਸ ਇੱਥੇ ਦਵਾਂਗੀ। ਪਹਿਲੀ ਐਗਜ਼ਾਮਪਲ ਹੈ ਕਿ ਜਦੋਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਟਵਿੱਟਰ ਤੋਂ ਡੀ-ਪਲੈਟਫਾਰਮ ਕਰ ਦਿੱਤਾ ਗਿਆ ਸੀ ਕਿ ਉਹ ਆਪਣਾ ਕੋਈ ਖਾਤਾ ਉੱਥੇ ਬਣਾ ਹੀ ਨਹੀਂ ਸਕਦਾ। ਉਹ ਇੱਕ ਸੀ ਜਿਸ ਤੋਂ ਬਾਅਦ ਜਿਹੜੇ ਅਮਰੀਕਨ ਰਿਪਬਲਿਕਨ ਸੀ ਉਹਨਾਂ ਵੱਲੋਂ ਇੱਕ ਕਾਫੀ ਜ਼ੋਰਦਾਰ ਆਵਾਜ਼ ਉਠਾਈ ਗਈ ਟਵਿੱਟਰ ਦੇ ਪ੍ਰਤੀ, ਕਿਉਂਕਿ ਉਹਨਾਂ ਨੂੰ ਲੱਗਿਆ ਕਿ ਇਹ ਤਾਂ ਟਵਿੱਟਰ ਜ਼ਿਆਦਾ ਪਾਵਰਫੁਲ ਹੈ ਦੈਨ ਦਾ ਪ੍ਰੈਜ਼ੀਡੈਂਟ ਆਫ ਜਾਂ ਰਿਪਬਲਿਕਨਸ ਆਫ ਅਮਰੀਕਾ। ਨਾਈਜੀਰੀਆ ਦੇ ਪ੍ਰੈਜ਼ੀਡੈਂਟ ਦਾ ਇੱਕ ਟਵੀਟ ਸੀ ਜਿਹਨੂੰ ਟਵਿੱਟਰ ਆਪਣੀ ਪਾਲਿਸੀ ਵਾਇਲੇਸ਼ਨ ਦੇ ਅਧੀਨ ਡਿਲੀਟ ਕਰ ਦਿੰਦਾ। ਇਸ ਤੋਂ ਬਾਅਦ ਨਾਈਜੀਰੀਆ ਨੇ ਬੈਨ ਲਗਾ ਦਿੱਤਾ ਇਸ ਪਲੇਟਫਾਰਮ ਤੇ ਆਪਣੇ ਦੇਸ਼ ਦੇ ਵਿੱਚ। ਰਸ਼ੀਆ ਦੇ ਵਿੱਚ ਵੀ ਇੱਕ ਟਵੀਟ ਸੀ ਜਿਹਨੂੰ ਹਟਾਉਣ ਦੇ ਲਈ ਰਸ਼ੀਅਨ ਸਰਕਾਰ ਨੇ ਟਵਿੱਟਰ ਨੂੰ ਰਿਕੁਐਸਟ ਪਾਈ, ਪਰ ਟਵਿੱਟਰ ਨੇ ਉਹ ਟਵੀਟ ਨਹੀਂ ਹਟਾਇਆ। ਉਸ ਟਵੀਟ ਦੇ ਵਿੱਚ ਜੋ ਮੌਜੂਦਾ ਸਰਕਾਰ ਪੁਤਿਨ ਦੀ ਰਸ਼ੀਆ ਦੇ ਵਿੱਚ ਆ ਉਹਦਾ ਕ੍ਰਿਟਿਸਿਜ਼ਮ ਸੀ। ਸੋ ਉਸ ਤੋਂ ਬਾਅਦ ਰਸ਼ੀਆ ਨੂੰ ਲੱਗਾ ਕਿ ਇਹ ਤਾਂ ਟਵਿੱਟਰ ਜ਼ਿਆਦਾ ਪਾਵਰਫੁਲ ਹੈ ਇਨ ਫਰੰਟ ਆਫ ਸਰਕਾਰ, ਔਰ ਉਹਨਾਂ ਨੇ ਫਿਰ ਇੱਕ ਟ੍ਰੈਫਿਕ ਜਿਹੜਾ ਸਰਵਰ ਡਾਊਨ ਕੀਤਾ ਔਰ ਟ੍ਰੈਫਿਕ ਜਿਹੜੀ ਪਾਰਟਿਕੂਲਰ ਉਸ ਟਵਿੱਟਰ ਤੇ ਜਾਣੀ ਸੀ ਉਹਨੂੰ ਘਟਾਇਆ। ਸੋ ਇੱਕ ਉਹਨਾਂ ਨੇ ਆਪਣਾ ਵੇ ਯੂਜ਼ ਕੀਤਾ। ਭਾਰਤ ਦੇ ਵਿੱਚ ਵੀ ਐਵੇਂ ਹੋਇਆ ਕਿ ਭਾਰਤ ਸਰਕਾਰ ਨੂੰ ਜਾਂ ਤਾਂ ਡਰ ਵੀ ਲੱਗਿਆ ਉਸ ਸਮੇਂ ਕਿ ਅਗਰ ਡੋਨਾਲਡ ਟਰੰਪ ਦਾ ਟਵਿੱਟਰ ਜਿਹੜਾ ਆ ਉਹਨੂੰ ਟਵਿੱਟਰ ਤੋਂ ਡੀ-ਪਲੈਟਫਾਰਮ ਕੀਤਾ ਜਾ ਸਕਦਾ ਤਾਂ ਭਾਰਤ ਸਰਕਾਰ ਦੇ ਕਈ ਲੀਡਰਸ ਤੇ ਵੀ ਇਹ ਚੀਜ਼ ਆ ਸਕਦੀ ਆਉਣ ਵਾਲੇ ਸਮੇਂ 'ਚ। ਉਸੇ ਮਹੀਨਿਆਂ ਦੇ ਦੌਰਾਨ ਇੱਕ ਪਾਲਿਸੀ ਨਵੀਂ ਲੈ ਕੇ ਆਉਂਦੀ ਆ ਭਾਰਤ ਸਰਕਾਰ, IT ਰੂਲਸ ਜਿਹੜੇ ਆ ਗਾਈਡਲਾਈਨਸ ਦੀ ਨਵੀਂ ਪਾਲਿਸੀ ਆਉਂਦੀ ਆ ਔਰ ਉਸ ਪਾਲਿਸੀ ਨੂੰ ਇੰਪਲੀਮੈਂਟ ਕੀਤਾ ਜਾਂਦਾ। ਉਹ ਜਿਹੜੀ ਨਵੀਂ ਪਾਲਿਸੀ IT ਗਾਈਡਲਾਈਨਸ ਆਉਂਦੀਆਂ ਨੇ, ਜਿਹੜੇ ਐਥਿਕ ਕੋਡਸ ਆਉਂਦੇ ਨੇ ਸੋਸ਼ਲ ਮੀਡੀਆ ਪਲੇਟਫਾਰਮਸ ਦੇ ਲਈ ਔਰ ਇੰਟਰਮੀਡੀਏਟਸ ਲਈ। ਇੰਟਰਮੀਡੀਏਟਰੀਜ਼ ਕੌਣ ਨੇ? ਜਿਵੇਂ ਕਿ ਹੁਣ ਆਪਾਂ ਫੇਸਬੁੱਕ ਜਾਂ YouTube ਤੇ ਆ ਤਾਂ ਤੁਸੀਂ ਮੈਨੂੰ ਦੇਖ ਪਾ ਰਹੇ ਹੋ, ਮੈਂ ਤੁਹਾਡੇ ਕਮੈਂਟ ਔਰ ਲਾਈਕਸ ਪੜ੍ਹ ਪਾਉਣੀ ਆ, ਪਰ ਜਿਹੜਾ YouTube ਆ ਉਹ ਕਿਸੇ ਵੀ ਚੀਜ਼ ਲਈ ਰਿਸਪੌਂਸੀਬਲ ਨਹੀਂ ਹੈ, ਜਾਂ ਜਿਹੜਾ ਫੇਸਬੁੱਕ ਆ ਰਿਸਪੌਂਸੀਬਲ ਨਹੀਂ ਹੈ। ਸੋ ਇਸ ਪਾਲਿਸੀ ਦੇ ਅਧੀਨ ਭਾਰਤ ਸਰਕਾਰ ਨੇ ਜਿਹੜੀਆਂ ਇੰਟਰਮੀਡੀਏਟਰੀਜ਼ ਆ ਆਪਣੇ ਵਿੱਚ, ਜੋ YouTube ਹੋ ਗਈ ਜਾਂ ਫੇਸਬੁੱਕ ਹੋ ਗਈ, ਟਵਿੱਟਰ ਹੋ ਗਈ, ਇਹਨਾਂ ਨੂੰ ਵੀ ਰਿਸਪੌਂਸੀਬਲ ਠਹਿਰਾਉਣ ਦੀ ਪਾਲਿਸੀ ਬਣਾਈ ਔਰ ਨਾਲ ਹੀ ਕਈ ਤਰ੍ਹਾਂ ਦੇ ਰੂਲਸ ਬਣਾਏ ਕਿ ਭਾਰਤ ਦੇ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ਨਹੀਂ ਇਹਨਾਂ ਕੰਪਨੀਜ਼ ਦੀ, ਬਲਕਿ ਇਨਸਾਨੀ ਦਿਮਾਗ ਜਿਹੜਾ ਆ ਉਹ ਇੱਥੇ ਆਪਣੇ ਦਫ਼ਤਰ ਬਣਾਉਣ, ਆਪਣੇ ਨੋਡਲ ਆਫੀਸਰ ਬਣਾਉਣ ਜਾਂ ਆਪਣੇ ਨੁਮਾਇੰਦਿਆਂ ਨੂੰ ਬਿਠਾਉਣ ਔਰ ਉਹ ਵਿਦਿਨ ਕੁਝ ਘੰਟਿਆਂ ਦੇ ਵਿੱਚ ਹੀ ਅਗਰ ਕੋਈ ਸ਼ਿਕਾਇਤ ਆਉਂਦੀ ਹੈ ਉਹਦਾ ਨਿਪਟਾਰਾ ਕਰਨ। ਔਰ ਇਹ ਸ਼ਿਕਾਇਤਾਂ ਜਿਹੜੀਆਂ ਨੇ ਜ਼ਿਆਦਾਤਰ ਸਰਕਾਰ ਵੱਲੋਂ ਹੀ ਟਵਿੱਟਰ ਨੂੰ ਜਾ ਰਹੀਆਂ ਨੇ ਔਰ ਇਸ ਤਰ੍ਹਾਂ ਟਵਿੱਟਰ ਨੂੰ ਇੱਕ ਤਰ੍ਹਾਂ ਦੇ ਨਾਲ ਆਪਣੇ ਅਧੀਨ ਸੋਸ਼ਲ ਮੀਡੀਆ ਪਲੇਟਫਾਰਮਸ ਨੂੰ ਭਾਰਤ ਸਰਕਾਰ ਨੇ ਕਰ ਲਿਆ। ਕਿ ਕੇਸ ਚੱਲ ਰਿਹਾ ਸੀ, ਅੱਜ ਵੀ ਮੇਰੇ ਹਿਸਾਬ ਨਾਲ ਟਵਿੱਟਰ ਦਾ ਉਹ ਕੇਸ ਜਿਹੜਾ ਉਹ ਚੱਲਦਾ ਪਿਆ ਔਰ ਉਹਦੇ ਵਿੱਚ ਭਾਰਤ ਸਰਕਾਰ ਨੇ ਨਵੀਂ ਪਾਲਿਸੀ ਲਿਆ ਕੇ ਟਵਿੱਟਰ ਦਾ ਉਹ ਜੋ ਕੇਸ ਸੀਗਾ ਉਹਨੂੰ ਇੱਕ ਤਰ੍ਹਾਂ ਦੇ ਨਾਲ ਕਮਜ਼ੋਰ ਪਾਇਆ ਕਿ ਜਿਹੜੀਆਂ ਨਵੀਆਂ ਗਾਈਡਲਾਈਨਸ ਨੇ ਉਹਦੇ ਨਾਲ ਅਸੀਮੀਲੇਟ ਕਰਨਾ ਹੀ ਪਏਗਾ, ਉਹਦੇ ਨਾਲ ਕੰਪਰੋਮਾਈਜ਼ ਟਵਿੱਟਰ ਨੂੰ ਕਰਨਾ ਹੀ ਪਏਗਾ। ਟਵਿੱਟਰ ਨੇ ਫਿਰ ਫਾਈਨਲੀ ਸਰਕਾਰ ਦੀਆਂ ਰਿਕੁਐਸਟਾਂ ਮੰਨਣੀਆਂ ਮਜਬੂਰੀ ਵੀ ਬਣ ਗਿਆ। ਟਵਿੱਟਰ ਦੇ ਦਫ਼ਤਰ ਦੇ ਵਿੱਚ ਦਿੱਲੀ ਪੁਲਿਸ ਦੇ ਛਾਪੇ ਵੀ ਪਏ, ਜਿਹਦੇ ਨਾਲ ਟਵਿੱਟਰ ਨੇ ਆਪਣਾ ਲਿਖਿਆ ਵੀ ਕਿ ਉਹਨਾਂ ਨੂੰ ਇੱਕ ਤਰ੍ਹਾਂ ਦੇ ਨਾਲ ਜਿਹੜਾ ਉਹ ਪ੍ਰੈਸ਼ਰ ਮਹਿਸੂਸ ਕਰ ਰਹੇ ਸੀ ਔਰ ਅਲਟੀਮੇਟਲੀ ਟਵਿੱਟਰ ਐਂਡ ਸੋਸ਼ਲ ਮੀਡੀਆ ਸਾਈਟਸ ਜਿਹੜੀਆਂ ਸੀ ਉਹ ਨਵੀਆਂ IT ਰੂਲਸ ਦੇ ਅਧੀਨ ਆ ਗਏ। ਪਰ ਇਹ ਨਵੇਂ IT ਰੂਲਸ ਆਉਣ ਤੋਂ ਬਾਅਦ ਵੀ ਜਿਹੜਾ ਪ੍ਰੋਬਲਮੈਟਿਕ ਹੈ, ਜ਼ਿਆਦਾ ਪ੍ਰੋਬਲਮੈਟਿਕ ਇਹ ਹੈ ਕਿ ਉਹ ਜਿਹੜਾ ਪ੍ਰੋਸੀਜਰ ਜਿਸ ਤਹਿਤ
ਕਿਸੇ ਵੀ ਖਾਤੇ ਨੂੰ, ਕਿਸੇ ਵੀ ਸਿਟੀਜ਼ਨ ਆਫ ਇੰਡੀਆ ਦੇ ਖਾਤੇ ਨੂੰ ਸਸਪੈਂਡ ਕਰਨਾ, ਵਿਦਹੈਲਡ ਕਰਨਾ, ਉਹਦਾ ਕਾਰਨ ਕੀ ਸੀ, ਉਹ ਕਾਰਨ ਸਾਹਮਣੇ ਨਹੀਂ ਆਉਂਦਾ। ਔਰ ਉਹਦੇ ਪੂਰਾ ਪ੍ਰੋਸੀਜਰ ਕੀ ਫੋਲੋ ਕੀਤਾ ਗਿਆ, ਉਹ ਪ੍ਰੋਸੀਜਰ ਸਾਹਮਣੇ ਨਹੀਂ ਆਉਂਦਾ। ਟਰਾਂਸਪੇਰੈਂਸੀ ਨਹੀਂ ਆ। ਭਾਰਤ ਸਰਕਾਰ ਵੱਲੋਂ ਅਮੂਲ ਕੰਪਨੀ ਦਾ ਵੀ ਇੱਕ ਕਾਰਟੂਨ ਆਉਂਦਾ, ਜਿਹੜਾ ਉਹ ਕਾਰਟੂਨ ਤੇ ਇੱਕ ਕਿਊਟ ਜੀ ਬੇਬੀ ਗਰਲ ਜਿਹੜੀ ਆ ਉਹਦਾ ਨਿਊਜ਼ਪੇਪਰ ਦੇ ਵਿੱਚ ਆਉਂਦਾ, ਔਰ ਬਹੁਤ ਸਾਲਾਂ ਤੋਂ ਲਗਾਤਾਰ ਆ ਰਿਹਾ ਹੈ। ਉਸ ਮੈਸੇਜ, ਉਸ ਕਾਰਟੂਨ ਦੇ ਵਿੱਚ ਕੋਈ ਨਾ ਕੋਈ ਮੈਸੇਜ ਛੁਪਿਆ ਹੁੰਦਾ ਹੈ ਮੌਜੂਦਾ ਹਾਲਾਤਾਂ ਦੇ ਅਕੋਰਡਿੰਗਲੀ। ਉਹਦੇ 2 ਕਾਰਟੂਨ ਸੀ ਜਿਨ੍ਹਾਂ ਤੇ ਰੋਕ ਲਗਾਈ ਗਈ ਸੀ। ਪਹਿਲਾ ਸੀ ਕਿ ਇਹ ਡਰੈਗਨ ਨੂੰ ਰੋਕਿਆ ਜਾਵੇ, ਰੈਜ਼ਿਸਟ ਦਾ ਡਰੈਗਨ, ਔਰ ਦੂਸਰਾ ਸੀ ਚੀਨੀ ਕਮ ਕਰੋ। ਸੋ ਇੱਕ ਚੀਨੀ ਕਮ ਕਰੋ ਬਿਕਾਜ਼ ਉਹ ਚਾਈਨਾ ਦਾ ਉਸ ਸਮੇਂ ਜਿਹੜਾ ਭਾਰਤ ਦੇ ਨਾਲ ਚੱਲਦਾ ਪਿਆ ਸੀਗਾ, ਇਹ ਦੋਨਾਂ ਨੂੰ ਵੀ ਰੋਕਿਆ ਗਿਆ। ਸੋ ਇਹ ਇੱਕ ਸਿਰਫ ਔਰ ਸਿਰਫ ਇੱਕ ਸਰਕਾਰ ਦਾ ਕ੍ਰਿਟਿਸਿਜ਼ਮ ਹੀ ਸੀਗਾ। ਇਹਦੇ ਵਿੱਚ ਕੁਝ ਇਸ ਤਰ੍ਹਾਂ ਦਾ ਬਿਯੋਂਡ ਨਹੀਂ ਸੀਗਾ ਜਿਹਦੇ ਨਾਲ ਕੋਈ ਮਿਸਇਨਫੋਰਮੇਸ਼ਨ ਆਪਾਂ ਕਹਿ ਲਈਏ ਜਾਂ ਕੋਈ ਅਨਰੈਸਟ ਆਪਾਂ ਕਹਿ ਲਈਏ। ਸੋ ਇਹਦਾ ਕਾਰਨ ਜਿਹੜਾ ਸੀ, ਚਾਹੇ ਉਹ ਬਾਅਦ ਵਿੱਚ ਉਹਨੂੰ ਅਨਲੌਕ ਕਰ ਦਿੱਤਾ ਗਿਆ, ਬਟ ਫਿਰ ਵੀ ਉਹ ਜਿਹੜੀ ਬੰਦਿਸ਼ ਲਾਉਣੀ, ਉਹ ਪਾਬੰਦੀ ਲਾਉਣੀ ਜਿਹੜੀ ਆ, ਉਹਦਾ ਕਾਰਨ ਕੀ ਸੀ, ਉਹ ਬਹੁਤ ਵੱਡੇ ਸਵਾਲ ਖੜੇ ਕਰਦਾ ਕਿ ਕਿਉਂ। ਇਸੇ ਗੱਲ ਤੋਂ ਹੀ ਜਿਹੜਾ ਹੁਣ ਰੀਸੈਂਟਲੀ ਅੰਮ੍ਰਿਤਪਾਲ ਸਿੰਘ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਪ੍ਰਧਾਨ ਦਾ ਟਵਿੱਟਰ ਅਕਾਊਂਟ ਇੰਡੀਆ ਦੇ ਵਿੱਚ ਵਿਦਹੈਲਡ ਕੀਤਾ ਗਿਆ ਆ, ਉਹਦੇ ਕਾਰਨ ਕੀ ਨੇ ਉਹ ਸਪਸ਼ਟ ਨਹੀਂ ਆ। ਕੀ ਅੰਮ੍ਰਿਤਪਾਲ ਸਿੰਘ ਨੇ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਲਾਅ ਐਂਡ ਆਰਡਰ ਦੀ ਕੋਈ ਸਥਿਤੀ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਹੈ, ਜਾਂ ਅੰਮ੍ਰਿਤਪਾਲ ਨੇ ਕੋਈ ਭਾਰਤ ਸਰਕਾਰ ਦੇ ਖਿਲਾਫ ਲਿਖਿਆ, ਭਾਰਤ ਸਰਕਾਰ ਦਾ ਕ੍ਰਿਟਿਸਿਜ਼ਮ ਕੀਤਾ ਤਾਂ ਕਰਕੇ ਸਸਪੈਂਡ ਕੀਤਾ, ਜਾਂ MHA ਦੀਆਂ ਕੋਈ ਗਾਈਡਲਾਈਨਸ ਨੇ, ਜਾਂ ਅੰਮ੍ਰਿਤਪਾਲ ਨੇ ਕੋਈ ਵੀ ਭਾਰਤ ਦੀ ਇੰਟੈਗ੍ਰਿਟੀ ਦੇ ਖਿਲਾਫ ਜਾਂ ਭਾਰਤ ਦੇ ਵਿੱਚ ਅਨਰੈਸਟ, ਪੰਜਾਬ ਦੇ ਵਿੱਚ ਅਨਰੈਸਟ ਪੈਦਾ ਕਰਨ ਵਾਲਾ ਕੋਈ ਟਵੀਟ ਕੀਤਾ। ਹੁਣ ਇਹ ਸਵਾਲ ਨੇ ਕੁਛ ਜਿਹੜੇ ਇਸ ਸਸਪੈਂਸ਼ਨ ਤੋਂ ਬਾਅਦ ਖੜੇ ਨੇ, ਔਰ ਇਹਨਾਂ ਸਵਾਲਾਂ ਦਾ ਜਵਾਬ ਮਿਲਣਾ ਚਾਹੀਦਾ ਸੀ ਜਦੋਂ ਵੀ ਕਿਸੇ ਦਾ ਕੋਈ ਟਵਿੱਟਰ ਖਾਤਾ ਸਸਪੈਂਡ ਹੋਵੇ। ਇਹਦੀ ਜਾਣਕਾਰੀ ਲੋਕਾਂ ਤੱਕ ਪਹੁੰਚਣੀ ਚਾਹੀਦੀ ਸੀ ਕਿ ਉਹ ਕਿਹੜੇ ਕਾਰਨਾਂ ਕਰਕੇ ਸਸਪੈਂਡ ਕੀਤਾ ਗਿਆ। ਕਿਉਂਕਿ ਕੋਈ ਵੀ ਭਾਰਤ ਦਾ ਸਿਟੀਜ਼ਨ ਆ, ਮੈਂ ਦੁਬਾਰਾ ਇਸ ਗੱਲ ਨੂੰ ਐਮਫੇਸਾਈਜ਼ ਕਰਦੀ ਹਾਂ ਕਿ ਰੀਅਲ ਡੈਮੋਕ੍ਰੇਸੀ ਦੀ ਪ੍ਰੈਕਟਿਸ ਜਿਹੜੀ ਆ ਉਹਦੇ ਵਿੱਚ ਇਹੀ ਹੋਣਾ ਚਾਹੀਦਾ ਕਿ ਕਿੰਨਾ ਵੀ ਕ੍ਰਿਟਿਸਿਜ਼ਮ ਸਰਕਾਰ ਦਾ ਕਰਨ ਦੀ ਆਪਾਂ ਨੂੰ ਅਲਾਉਡ ਆ ਕਨਸਟੀਟਿਊਸ਼ਨਲੀ। ਚਾਹੇ ਇੱਥੇ ਇੱਕ ਟਰਮ ਐਂਡ ਕੰਡੀਸ਼ਨ ਲੱਗੀ ਹੋਈ ਆ ਕਿ ਅੰਟਿਲ ਅਨਲੈਸ ਤੁਸੀਂ ਪੀਸ ਨੂੰ, ਸ਼ਾਂਤੀ ਨੂੰ ਔਰ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਖਰਾਬ ਨਹੀਂ ਕਰ ਰਹੇ ਹੈਗੇ, ਇੱਕ ਸੰਵਾਦ ਦੇ ਰੂਪ ਦੇ ਵਿੱਚ ਜਾਂ ਆਪਣਾ ਇੱਕ ਵਿਚਾਰ ਕਿਤੇ ਲਿਖ ਕੇ ਟਵੀਟ ਕਰ ਦੇਣਾ, ਉਹਦੇ ਨਾਲ ਕਿਹੜੀ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਇੱਥੇ ਪੈਦਾ ਹੋ ਸਕਦੀ ਹੈ, ਜਾਂ ਇੱਦਾਂ ਦਾ ਕੋਈ ਵੀ ਡਰ ਅਗਰ ਹੈਗਾ ਤਾਂ ਉਹਦੀ ਕਲੈਰਿਟੀ ਜਿਹੜੀ ਹੈ ਉਹ ਕਿੱਥੋਂ ਮਿਲੇਗੀ। ਸੋ ਇਹ ਸੀ ਅੱਜ ਦੀ ਵੀਡੀਓ ਜਿਹਦੇ ਵਿੱਚ ਆਪਾਂ ਇੱਕ ਟੈਕਨੋਲੋਜੀ ਦੇ ਨਾਲ, ਜਿਹਨੂੰ ਆਪਾਂ ਬਹੁਤ ਵਰਤਦੇ ਹਾਂ, ਸੋਸ਼ਲ ਮੀਡੀਆ ਨਾਲ ਜੁੜੀ ਹੋਈ ਇੱਕ ਜਾਣਕਾਰੀ ਸਾਂਝੀ ਕੀਤੀ। ਔਰ JGB ਤੋਂ ਲੈ ਕੇ ਅੱਜ ਜਿਹੜਾ ਰੀਸੈਂਟ ਫਿਨੋਮੀਨਾ ਵਾਪਰਿਆ, ਵਾਰਿਸ ਪੰਜਾਬ ਦੇ ਜਥੇਬੰਦੀ ਦੇ ਪ੍ਰਧਾਨ ਦਾ ਟਵਿੱਟਰ ਅਕਾਊਂਟ ਸਸਪੈਂਡ ਕਰਨਾ, ਇਹ ਕਈ ਤਰ੍ਹਾਂ ਦੇ ਸਵਾਲ ਵੀ ਖੜੇ ਕਰਦਾ। ਸਵਾਲ ਖੜੇ ਕਰਦਾ ਟਰਾਂਸਪੇਰੈਂਸੀ ਦੇ ਉੱਤੇ, ਸਵਾਲ ਖੜੇ ਕਰਦਾ ਕਿ ਉਹ ਕਾਰਨ ਜਿਹੜੇ ਨੇ, ਉਹ ਕਾਰਨ ਭਾਰਤ ਸਰਕਾਰ ਕਿਉਂ ਨਹੀਂ ਸ਼ੇਅਰ ਕਰਦੀ ਨਾਲ ਦੀ ਨਾਲ, ਕਿ ਕਿਉਂ ਇਹ ਖਾਤਾ ਬਲੌਕ ਕੀਤਾ ਗਿਆ। ਥੈਂਕ ਯੂ ਸੋ ਮਚ ਫॉर ਵਾਚਿੰਗ। ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਡੂ ਸਬਸਕ੍ਰਾਈਬ ਦਿਸ ਚੈਨਲ। ਥੈਂਕ ਯੂ ਸੋ ਮਚ।